ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਦੋਸਤੋ, ਭਾਰਤ ਵਿਭਿੰਨਤਾਵਾਂ ਭਰਿਆ ਦੇਸ਼ ਹੈ। ਇੱਥੇ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰ ਦੇ ਲੋਕ ਰਹਿੰਦੇ ਨੇ। ਸਾਡਾ ਖਾਣ ਪੀਣ ਵੱਖਰਾ ਹੋ ਸਕਦਾ, ਸਾਡੀ ਭਾਸ਼ਾ ਵੱਖਰੀ ਹੋ ਸਕਦੀ ਆ, ਸਾਡਾ ਸੱਭਿਆਚਾਰ ਵੱਖਰਾ ਹੋ ਸਕਦਾ। ਪਰ ਜਿਵੇਂ ਕਹਿੰਦੇ ਹੁੰਦੇ ਆ ਕਿ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੈ। ਭਾਰਤੀ ਲੋਕਾਂ ਦੀ ਜਿਹੜੀ ਫੀਲਿੰਗ ਆ ਜਾਂ ਇੱਕ ਕਹਿ ਲਓ ਦੇਸ਼ ਭਗਤੀ ਦੀ ਜਿਹੜੀ ਭਾਵਨਾ ਆ, ਇਹ ਇੱਕ ਜਾਗਰਤ ਹੋਣੀ ਬਹੁਤ ਜ਼ਰੂਰੀ ਆ। ਅਤੇ ਹਰ ਦੇਸ਼ ਉਹੀ ਕਾਮਯਾਬ ਹੋ ਸਕਦਾ ਜੇ ਉਹ ਭਾਵਨਾ ਸਾਡੇ ਅੰਦਰ ਹੋਵੇ। ਜਦੋਂ ਅਸੀਂ ਬਾਹਰ ਆਉਂਦੇ ਹਾਂ ਕਿਸੇ ਵੀ ਦੇਸ਼ ਤੋਂ ਮਾਈਗਰੇਟ ਕਰਕੇ, ਅਤੇ ਬਾਹਰ ਆ ਕੇ ਸਾਨੂੰ ਇਹ ਜਿਹੜੀ ਭਾਵਨਾ ਆ ਇਹ ਵਧਾਉਣ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ, ਕਿਉਂਕਿ ਐਜ਼ ਏ ਇੰਡੀਅਨ ਅਸੀਂ ਜਿਹੜਾ ਆ ਜਾਣੇ ਜਾਂਦੇ ਹਾਂ। ਅਤੇ ਇਸ ਸਦਭਾਵਨਾ ਦੇ ਲਈ ਇੱਥੇ ਪ੍ਰੋਗਰਾਮ ਕਰਨ ਦਾ ਜਿਹੜਾ ਯਤਨ ਆ ਉਹ ਕਰ ਰਹੇ ਆ। ਅਤੇ ਪ੍ਰਬੰਧਕਾਂ ਦੇ ਵਿੱਚੋਂ ਸਾਡੇ ਨਾਲ ਅੱਜ ਅਭਿਸ਼ੇਕ ਸ਼ਰਮਾ ਜੀ ਆ। ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਫਿਰ ਉਹਨਾਂ ਦੇ ਬਾਰੇ ਜਾਣਾਂਗੇ ਕਿ ਕਿਹੋ ਜਿਹਾ ਜਿਹੜਾ ਕਦਮ ਆ ਇਸ ਹਾਰਮਨੀ ਦੇ ਲਈ ਉਹ ਉਠਾ ਰਹੇ ਨੇ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਅਭਿਸ਼ੇਕ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰਦਾਰ ਦਲਜੀਤ ਸਿੰਘ ਜੀ। ਥੈਂਕ ਯੂ ਸੋ ਮੱਚ ਇੰਡੋਸ ਟੀਵੀ ਆਸਟ੍ਰੇਲੀਆ ਦਾ ਪਹਿਲਾਂ ਤਾਂ ਸਾਨੂੰ ਅੱਜ ਇੱਥੇ ਭਾਰਤੀ ਸਮਾਜ ਨੂੰ ਇੰਟਰਵਿਊ ਵਾਸਤੇ ਸੱਦਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਡੋਸ ਟੀਵੀ ਦਾ, ਮਾਨਯੋਗ ਰਸ਼ਪਾਲ ਸਿੰਘ ਜੀ ਦਾ ਅਤੇ ਤੁਹਾਡਾ ਦਲਜੀਤ ਸਿੰਘ ਜੀ। ਜੀ, ਜਿੱਦਾਂ ਤੁਸੀਂ ਸੰਸਥਾ ਬਣਾਈ ਭਾਰਤੀ ਸਮਾਜ ਉਹਦੇ ਵਿੱਚ ਵੱਖ-ਵੱਖ ਪੰਜਾਬੀ ਵੀ ਹੋ ਸਕਦੇ ਆ, ਮਰਾਠੀ ਵੀ ਹੋ ਸਕਦੇ ਆ, ਬਿਹਾਰੀ ਵੀ ਹੋ ਸਕਦੇ ਆ। ਜੀ ਜੀ, ਕਿ ਅਸੀਂ ਇੱਕ ਜੋੜਨ ਦਾ ਜਾਣੀ ਕਹਿ ਲਓ ਕਿ ਇੱਕ ਵੱਡਾ ਕਲੈਕਟਿਵ ਇੱਕ ਨਾਮ ਆ ਭਾਰਤੀ ਸਮਾਜ। ਬਿਲਕੁਲ ਜੀ। ਅਤੇ ਕੀ ਭਾਵਨਾ ਆ ਇਸ ਭਾਰਤੀ ਸਮਾਜ ਸੰਸਥਾ ਨੂੰ ਬਣਾਉਣ ਲਈ? ਭਾਰਤੀ ਸਮਾਜ, ਜਿਵੇਂ ਕਿ ਤੁਸੀਂ ਕਿਹਾ, ਬਿਲਕੁਲ ਇਨਕਲੂਸਿਵ ਕਮਿਊਨਿਟੀਜ਼, ਯਾਨੀ ਕਿ ਹੁਣ ਜਿਹੜਾ ਵੈਸੇ ਤੁਹਾਨੂੰ ਥੋੜ੍ਹਾ ਜਿਹਾ ਮੈਂ ਚਾਨਣਾ ਪਾਵਾਂ ਪਿੱਛੇ ਜਾ ਕੇ ਭਾਰਤੀ ਸਮਾਜ ਕਦੋਂ ਸ਼ੁਰੂ ਹੋਇਆ। ਅਤੇ ਸੰਨ 1995 ਦੇ ਅੰਦਰ ਆਕਲੈਂਡ ਨਿਊਜ਼ੀਲੈਂਡ ਤੋਂ ਭਾਰਤੀ ਸਮਾਜ ਦੀ ਸਥਾਪਨਾ ਹੋਈ। ਅਤੇ ਉਦੋਂ ਇਹੀ ਇੰਡੀਅਨ ਡਾਇਸਪੋਰਾ ਜਿਹੜੇ ਵੀ ਆਪਣੇ ਪ੍ਰਵਾਸੀ ਭਾਰਤੀ ਇੱਥੇ ਹੈਗੇ ਨੇ, ਜਿਹੜੀ ਵੀ ਉਹਨਾਂ ਦੀ ਲੋੜਾਂ ਨੇ, ਚਾਹੇ ਉਹ ਸਟੂਡੈਂਟਸ ਨੇ, ਚਾਹੇ ਉਹ ਆਪਣੇ ਸੀਨੀਅਰ ਆਉਂਦੇ ਨੇ, ਉਹਨਾਂ ਨੂੰ ਸੈਟਲ ਕਰਨ ਵਾਸਤੇ ਨਿਊਜ਼ੀਲੈਂਡ ਉਦੋਂ ਸ਼ੁਰੂ ਹੋਇਆ। ਅਤੇ ਹੁਣ ਨਿਊਜ਼ੀਲੈਂਡ ਦੇ ਜਿੰਨੇ ਵੀ ਮੇਜਰ ਸਿਟੀਜ਼ ਨੇ, ਚਾਹੇ ਉਹ ਕ੍ਰਾਈਸਟਚਰਚ ਹੈ, ਕੁਇਨਸਟਾਊਨ ਹੈ, ਵੈਲਿੰਗਟਨ ਹੈ, ਉੱਥੇ ਭਾਰਤੀ ਸਮਾਜ ਦੇ ਹੁਣ ਚੈਪਟਰਸ ਖੁੱਲ੍ਹ ਚੁੱਕੇ ਨੇ। ਅਤੇ ਮੈਂ ਖੁਦ ਨਿਊਜ਼ੀਲੈਂਡ 19 ਸਾਲ ਸੀਗਾ, ਅਤੇ 2022 ਦੇ ਅੰਦਰ ਅਸੀਂ ਜਦੋਂ ਆਸਟ੍ਰੇਲੀਆ ਵਿਖੇ ਮੂਵ ਹੋਏ ਬ੍ਰਿਸਬੇਨ। ਅਤੇ ਜਦੋਂ ਤੁਸੀਂ ਕਮਿਊਨਿਟੀ ਦੇ ਅੰਦਰ ਕੁਛ ਕੰਮ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਵੀ ਕੁਛ ਨਾ ਕੁਛ ਮਿਸਿੰਗ ਹੈ। ਅਤੇ ਉਦੋਂ ਅਸੀਂ ਹੁਣ ਨਵੰਬਰ 2022 ਦੇ ਅੰਦਰ ਓਫੀਸ਼ੀਅਲ ਇਨੋਗਰਲ ਇਵੈਂਟ ਕੀਤੀ। ਭਾਰਤੀ ਸਮਾਜ ਪਹਿਲਾ ਆਸਟ੍ਰੇਲੀਅਨ ਚੈਪਟਰ ਅਸੀਂ ਖੋਲ੍ਹਿਆ। ਅਤੇ ਭਾਰਤੀ ਸਮਾਜ ਦੀ ਜਿਹੜੀ ਮੁੱਖ ਸੇਵਾਵਾਂ ਅਸੀਂ ਇੱਥੇ ਪ੍ਰਦਾਨ ਕਰ ਰਹੇ ਹਾਂ, ਉਹ ਆਪਣੇ ਮਾਈਗਰੈਂਟਸ ਕਮਿਊਨਿਟੀ ਨੂੰ ਇੱਥੇ ਸਪੋਰਟ, ਤਾਂ ਕਿ ਉਹ ਇੱਥੇ ਸਹੂਲੀਅਤ ਮਿਲੇ ਸੈਟਲ ਹੋਣ ਵਾਸਤੇ ਆਸਟ੍ਰੇਲੀਅਨ ਕਲਚਰ ਦੇ ਅੰਦਰ। ਭਾਵੇਂ ਉਹ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ, ਭਾਵੇਂ ਉਹ ਹੈਲਥ ਰਿਲੇਟਿਡ ਹੈ, ਭਾਵੇਂ ਉਹ ਹਾਊਸਿੰਗ ਰਿਲੇਟਿਡ ਹੈ। ਅਤੇ ਅਸੀਂ ਹੁਣ ਇਹ ਵਰਕਸ਼ਾਪਸ ਵਗੈਰਾ ਕਰਦੇ ਰਹੇ ਹਾਂ। ਅਤੇ ਇਹ ਜਿਹੜੀ ਇਨੋਗਰਲ ਹੁਣ ਅਸੀਂ ਜਿਹੜਾ ਚੱਕਿਆ ਇਵੈਂਟ, ਇੱਕ ਕਾਫੀ ਵੱਡਾ ਜਿਹੜਾ ਇਨੀਸ਼ੀਏਟਿਵ ਚੱਕਿਆ ਹੈ, ਉਹ ਇਨਕਲੂਸਿਵ ਕਮਿਊਨਿਟੀਜ਼ ਬਣਾਉਣ ਵਾਸਤੇ। ਅਤੇ ਭਾਰਤੀ ਸਮਾਜ ਦਾ ਮੇਨ ਮੁੱਖ ਮੋਟਿਵ ਇਹੀ ਹੈ ਕਿ ਵੀ ਜਿੰਨੀ ਜ਼ਿਆਦਾ ਇਨਫੋਰਮੇਸ਼ਨ ਹੋਏਗੀ ਆਪਣੇ ਮਾਈਗਰੈਂਟਸ ਕੋਲ, ਆਪਣੇ ਭਾਰਤੀਆਂ ਕੋਲ, ਓਨੇ ਹੀ ਜ਼ਿਆਦਾ ਡਿਸੀਜ਼ਨ ਮੇਕਿੰਗ ਵਧੀਆ ਤੌਰ 'ਤੇ ਉਹ ਕਰ ਸਕਦੇ ਨੇ ਅਤੇ ਆਪਣੇ ਉਹ ਐਸਟੈਬਲਿਸ਼ ਹੋ ਸਕਦੇ ਨੇ। ਜੀ, ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ ਕਿੱਦਾਂ ਦੀਆਂ ਤੁਸੀਂ ਸਹੂਲਤਾਂ, ਜਿਹੜੀ ਤੁਸੀਂ ਇਨਫੋਰਮੇਸ਼ਨ ਦਿੱਤੀ ਆ ਕਿ ਸਹੂਲਤਾਂ ਦਿੰਦੇ ਹੋ, ਚਾਹੇ ਉਹ ਇੰਟਰਨੈਸ਼ਨਲ ਹੈਗੇ ਆ, ਚਾਹੇ ਵੈਸੇ ਕਿਸੇ ਨੂੰ ਜ਼ਰੂਰਤ ਆ ਮਾਈਗ੍ਰੇਸ਼ਨ ਦੇ ਰਿਗਾਰਡਿੰਗ, ਕੀ ਉਹਦੇ ਵਿੱਚ ਹੈਗੀਆਂ ਆ ਸਰਵਿਸਿਜ਼ ਜਿਹੜੀਆਂ ਭਾਰਤੀ ਸਮਾਜ ਦੀਆਂ ਨੇ? ਮੇਨਲੀ ਤਾਂ ਅਸੀਂ ਵੀ ਆਰ ਨੋਟ ਕਿ ਇਮੀਗ੍ਰੇਸ਼ਨ ਅਸੀਂ ਐਡਵਾਈਜ਼ਰ ਨਹੀਂ ਹੈਗੇ, ਜਾਂ ਅਸੀਂ ਖੁਦ ਕੋਈ ਉਹ ਫਾਈਨੈਂਸ ਐਡਵਾਈਜ਼ਰ ਨਹੀਂ ਹੈਗੇ। ਪਰ ਅਸੀਂ ਵਰਕਸ਼ਾਪਸ ਜਦੋਂ ਜਦੋਂ ਅਸੀਂ ਪਹਿਲੀ ਵਰਕਸ਼ਾਪ ਕੀਤੀ ਸੀਗੀ, ਉਹਦੇ ਅੰਦਰ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਰੀਜਨਲ ਡਾਇਰੈਕਟਰ, ਨੋਟ ਜਸਟ ਫॉर ਕੁਈਨਜ਼ਲੈਂਡ ਪਰ ਨਾਰਦਰਨ ਟੈਰੀਟਰੀ ਦੇ ਮਿਸਟਰ ਚਾਰਲੀ ਸ਼ੈਂਡਿਲ ਆਏ ਸੀਗੇ। ਅਤੇ ਉਹਦੇ ਅੰਦਰ ਕੁਛ ਇੰਟਰਨੈਸ਼ਨਲ ਸਟੂਡੈਂਟਸ ਨੇ ਵੀ ਭਾਗ ਲਿੱਤਾ ਸੀਗਾ। CEO ਆਫ ਮਲਟੀਕਲਚਰਲ ਆਸਟ੍ਰੇਲੀਆ ਮਿਸ ਕ੍ਰਿਸਟੀਨ ਕਾਸਟਲੀ ਜੀ ਆਏ ਸੀਗੇ।
ਤੇ ਉਵੇਂ QPS ਵਾਲੇ ਵੀ ਆਪਣੇ ਆਏ ਸੀ। ਤੇ ਵਰਕਸ਼ਾਪਸ ਦੇ ਅੰਦਰ ਸਾਡਾ ਕੀ ਮੁੱਖ ਜਿਹੜਾ ਮੋਟਿਵ ਹੁੰਦਾ ਕਿ ਵੀ ਅਸੀਂ ਵੱਧ ਤੋਂ ਵੱਧ ਇਨਫੋਰਮੇਸ਼ਨ ਦੇ ਜਾਂ ਆਪਣੇ ਰਾਈਟਸ ਦੇ ਰਿਲੇਟਿਵ, ਸਾਡੇ ਰਾਈਟਸ ਜਿਹੜੇ ਮਾਈਗ੍ਰੇਸ਼ਨ ਦੇ। ਬਿਲਕੁਲ, ਅੱਛਾ, ਬਿਲਕੁਲ ਜੀ। ਤੇ ਉਹ ਫਿਰ ਉਸ ਤਰੀਕੇ ਨਾਲ ਹੁਣ ਜਿਹੜੀ ਅਸੀਂ ਪਿੱਛੇ ਹੀ ਹੁਣੇ ਵਰਕਸ਼ਾਪ ਕੀਤੀ ਹੈ ਮਾਰਚ ਦੇ ਅੰਦਰ, ਉਹ ਸੀਗੀ ਸੀਨੀਅਰ ਲੋਕਾਂ ਨੂੰ ਲੈ ਕੇ ਹੈਲਥ ਐਂਡ ਵੈਲਬੀਇੰਗ ਨੂੰ। ਤਾਂ ਉਹਦੇ ਅੰਦਰ ਕਾਫੀ ਯਾਨੀ ਕਿ ਉੱਚੇ ਪੱਧਰ ਦੇ ਡਾਕਟਰਸ ਆਏ ਸੀਗੇ, ਚਾਹੇ ਉਹ ਕਾਰਡੀਓਲੋਜਿਸਟ ਸੀਗੇ, ਚਾਹੇ ਉਹ ਮੈਂਟਲ ਹੈਲਥ ਨੂੰ ਲੈ ਕੇ ਸੀਗੇ, ਜਾਂ ਜਨਰਲ ਫਿਜ਼ੀਸ਼ੀਅਨ GP ਵਗੈਰਾ। ਤੇ ਉਹਨਾਂ ਨੇ ਕਾਫੀ ਡੀਪ ਇਨਸਾਈਟ ਦਿੱਤੀ ਹੈ ਕਿ ਵੀ ਕਿਹੜੀਆਂ ਆਪਣੇ ਮਾਤਾ ਪਿਤਾ ਵਾਸਤੇ ਜਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕਿਵੇਂ ਦੀ ਹੈਲਥ ਕਵਰ ਵਗੈਰਾ, ਖਾਸ ਕਰ ਸੀਨੀਅਰ ਹੈਲਥ ਨੂੰ ਲੈ ਕੇ ਵੀ ਕਿਵੇਂ ਦਾ ਕਵਰ ਇੱਥੇ ਅਵੇਲੇਬਲ ਹੈਗਾ ਆਸਟ੍ਰੇਲੀਆ ਦੇ ਅੰਦਰ ਜੀ। ਨਹੀਂ, ਇਹ ਗੱਲ ਤਾਂ ਬਹੁਤ ਵਧੀਆ, ਕਿਉਂਕਿ ਬਹੁਤ ਸਾਰੀਆਂ ਸਰਵਿਸਿਜ਼ ਇੱਦਾਂ ਦੀਆਂ ਹੈਗੀਆਂ, ਚਾਹੇ ਸੈਂਟਰਲ ਲਿੰਕ ਦੇ ਨਾਲ ਰਿਲੇਟਡ ਲਾ ਲਓ ਜਾਂ ਹੈਲਥ ਨਾਲ ਕਿਸੇ ਦੇ ਵੀ ਲਾ ਲਓ, ਕਿਸੇ ਉਹਦੀ ਇਨਫੋਰਮੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਇਹ ਤੁਸੀਂ ਕਾਬਲੇ ਤਾਰੀਫ ਹੋ। ਹੁਣ ਤੁਸੀਂ ਪ੍ਰੋਗਰਾਮ ਕਰਨ ਜਾ ਰਹੇ ਹੋ 4 ਅਗਸਤ ਨੂੰ, ਕਾਫੀ ਇਹਦੇ ਬਾਰੇ ਸੁਣਿਆ ਹੈ, ਕਾਫੀ ਪ੍ਰਮੋਸ਼ਨਸ ਜਿਹੜੀਆਂ ਉਹ ਚੱਲ ਰਹੀਆਂ ਆ, ਤੁਸੀਂ ਅੱਜ ਇੱਥੇ ਆਏ ਵੀ ਹੋ, ਉਹਦੇ ਬਾਰੇ ਜ਼ਿਆਦਾ ਝਾਤ ਜਿਹੜੀ ਪਵਾਓ ਕਿ ਉਹਦੇ ਵਿੱਚ ਹਾਰਮਨੀ ਤਾਂ ਚਲੋ ਠੀਕ ਹੈ ਕਿ ਤੁਸੀਂ ਕਿਹਾ ਵੀ ਵੱਖ-ਵੱਖ ਜਿਹੜੇ ਵੱਖ-ਵੱਖ ਸਮਾਜ ਆ ਉਹਨਾਂ ਨੂੰ ਅਸੀਂ ਇਕੱਠੇ ਕਰਨਾ ਆ, ਪਰ ਨਾਲ ਦੀ ਨਾਲ ਇਨਫੋਰਮੇਸ਼ਨ ਜਿਹੜਾ ਤੁਹਾਡਾ ਮੇਨ ਕੰਮ ਹੈਗਾ ਆ, ਜਿਹੜਾ ਸੋਸ਼ਲ ਇਸ਼ੂਜ਼ ਹੈਗੇ ਆ, ਉਹਨਾਂ ਬਾਰੇ ਵੀ ਤੁਸੀਂ ਜਾਣਾ ਕੀ ਹੈਗਾ ਇਹਦੇ ਵਿੱਚ ਇਸ ਪ੍ਰੋਗਰਾਮ 'ਚ। ਤੇ ਜਿਵੇਂ ਕਿ ਤੁਸੀਂ ਕਿਹਾ ਕਿ ਇਹ ਪਹਿਲੀ ਇਨੋਗਰਲ ਇਵੈਂਟ ਹੋਏਗੀ, ਇਹਦਾ ਨਾਮ ਅਸੀਂ ਐਮਪਾਵਰਿੰਗ ਮਾਈਗ੍ਰੈਂਟਸ ਐਕਸਪੋ ਰੱਖਿਆ ਜੀ, ਜੋ ਕਿ ਸੰਡੇ 11 ਵਜੇ ਸਵੇਰ ਤੋਂ ਲੈ ਕੇ ਦੁਪਹਿਰ 3 ਵਜੇ ਤੱਕ 4 ਘੰਟੇ ਦਾ ਪ੍ਰੋਗਰਾਮ ਹੋਏਗਾ। ਇਹਦੇ ਅੰਦਰ ਮੁੱਖ 3 ਸਰਵਿਸਿਜ਼ ਜਾਂ 3 ਕੈਟੇਗਰੀਜ਼ ਹੋਣਗੀਆਂ। ਪਹਿਲੀ ਜਿਹੜੀ ਹੈ ਉਹ ਸਟੋਲਸ ਹੋਣਗੀਆਂ, ਤਕਰੀਬਨ 35-36 ਸਟੋਲਸ ਹੋਣਗੀਆਂ, ਜਿਹਦੇ ਅੰਦਰ ਮਲਟੀ ਨੇਸ਼ਨ ਰਿਪਰੈਜ਼ੈਂਟੇਸ਼ਨ ਹੋਏਗਾ। ਹਰ ਇੱਕ ਕੰਟਰੀ ਆਪਦੇ ਦੇਸ਼ ਨੂੰ ਉਹ ਕਲਚਰਲ ਡਿਸਪਲੇ ਕਰੇਗੀ, ਟ੍ਰੈਡੀਸ਼ਨ ਕਲਚਰ ਉਹਦੇ ਅੰਦਰ ਉਹ ਕਿਸੇ ਵੀ ਤਰ੍ਹਾਂ, ਜਾਂ ਉਹ ਹੈਂਡੀਕ੍ਰਾਫਟ ਹੈ ਜਾਂ ਆਰਟ ਹੈ ਜਾਂ ਮਿਊਜ਼ਿਕ ਹੈ, ਉਹ ਸ਼ੋਕੇਸ ਕਰੇਗੀ ਆਪਦੇ। ਤੇ ਇਹਦੇ ਅੰਦਰ ਹੁਣ ਸਾਡੇ ਕੋਲ ਤਕਰੀਬਨ 20 ਨੇਸ਼ਨਸ ਆਲਰੇਡੀ ਔਨ ਬੋਰਡ ਹੋ ਚੁੱਕੇ ਨੇ। ਯਾਨੀ ਸਿਰਫ ਭਾਰਤੀ ਸਮਾਜ ਤੱਕ ਸੀਮਤ ਨਹੀਂ, ਇਹ ਮਾਈਗ੍ਰੇਟ ਜਿਹੜੇ ਲੋਕ ਨੇ, ਇਹ ਬਿਲਕੁਲ ਇੰਟਰਨੈਸ਼ਨਲ ਪੱਧਰ 'ਤੇ ਹੁਣ ਅਸੀਂ ਕਰਨ ਜਾ ਰਹੇ ਹਾਂ। ਇਹ ਜਿਹੜੀ ਇਵੈਂਟ ਹੋਏਗੀ ਜਿਹਦੇ ਅੰਦਰ ਇੰਡੀਆ ਦੀ ਤਾਂ ਡੈਫੀਨੇਟਲੀ ਸਟੋਲ ਹੈਗੀ ਹੈ, ਪਰ ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਅਫਰੀਕਨ ਨੇਸ਼ਨਸ ਲਾਈਕ ਇਥੀਓਪੀਆ, ਸੁਡੈਨ, ਆਪਣਾ ਚਾਈਨਾ, ਤਾਈਵਾਨ, ਚੈੱਕ ਰਿਪਬਲਿਕ, ਸਲੋਵਾਕੀਆ, ਟਰਕੀ, ਇਹਨਾਂ ਵੀ ਸਾਰੇ ਕੰਟਰੀਜ਼ ਦੀਆਂ ਸਟੋਲਸ ਉੱਥੇ ਲੱਗਣਗੀਆਂ। ਔਨ ਟੋਪ ਆਫ ਦੈਟ, ਉਹਦੇ ਇਨ ਐਡੀਸ਼ਨ ਗਵਰਨਮੈਂਟ ਏਜੰਸੀਜ਼ ਜਿਹੜੀਆਂ ਨੇ ਉਹ ਵੀ ਉਹਦੇ 'ਚ ਭਾਗ ਲੈਣਗੀਆਂ, ਜਿਵੇਂ ਕਿ ਟੇਫ ਕੁਈਨਜ਼ਲੈਂਡ, ਜਿਹੜੇ ਇੱਥੇ ਆਉਂਦੇ ਨੇ, ਚਾਹੇ ਉਹ ਐਜ਼ ਅ ਸਪਾਊਸ ਕੋਈ ਆ ਰਹੇ ਨੇ, ਵਾਈਫ, ਜਾਂ ਜਿਨ੍ਹਾਂ ਨੇ ਆਪਣਾ ਕੋਈ ਪਰਸਨਲ ਡਿਵੈਲਪਮੈਂਟ, ਪ੍ਰੋਫੈਸ਼ਨਲ ਡਿਵੈਲਪਮੈਂਟ ਕਰਨੀ ਹੈ, ਚਾਹੇ ਇੰਗਲਿਸ਼ ਦੇ ਅੰਦਰ ਹੈ, ਚਾਹੇ ਉਹ ਅਰਲੀ ਚਾਈਲਡਹੁੱਡ ਐਜੂਕੇਸ਼ਨ ਹੈ, ਅਤੇ ਉਵੇਂ ਦੀਆਂ ਸੇਵਾਵਾਂ ਟੇਫ ਕੁਈਨਜ਼ਲੈਂਡ ਵਾਲੇ ਕਾਊਂਟਰ ਦੇਣਗੇ। ਡਿਪਾਰਟਮੈਂਟ ਆਫ ਇੰਪਲੋਇਮੈਂਟ, ਸਮੋਲ ਬਿਜ਼ਨਸ ਐਂਡ ਟ੍ਰੇਨਿੰਗ ਗਵਰਨਮੈਂਟ ਏਜੰਸੀ ਵੀ ਇੱਕ ਸਟੋਲ ਲਾਉਣਗੇ, ਜਿਹੜੇ ਭੈਣਾਂ ਭਰਾਵਾਂ ਨੇ ਆਪਣੇ ਕੋਈ ਬਿਜ਼ਨਸ ਦੇ ਅੰਦਰ ਕਿਸ ਤਰ੍ਹਾਂ ਦੀਆਂ ਸਹੂਲਤਾਂ ਨੇ, ਸਰਵਿਸਿਜ਼ ਤੋਂ ਡਿਪਾਰਟਮੈਂਟ ਉਹਨਾਂ ਨੂੰ ਗਾਈਡ ਕਰੇਗਾ। ਡਿਪਾਰਟਮੈਂਟ ਹਾਊਸਿੰਗ ਬਹੁਤ ਵੱਡਾ ਅੱਜ ਦੀ ਡੇਟ ਦੇ ਅੰਦਰ, ਜਿਵੇਂ ਤੁਹਾਨੂੰ ਪਤਾ ਕਿ ਇੱਕ ਇਸ਼ੂ ਹੈ, ਚਾਹੇ ਉਹ ਰੈਂਟਲ ਪ੍ਰੋਪਰਟੀਜ਼ ਦੀ ਬਹੁਤ ਪ੍ਰੋਬਲਮ ਹੈ, ਘਰ ਲੈਣੇ ਵੀ ਬਹੁਤ ਔਖੇ ਹੋਏ। ਬਿਲਕੁਲ, ਤੇ ਉਹ ਡਿਪਾਰਟਮੈਂਟ ਹਾਊਸਿੰਗ ਦੀ ਵੀ ਇੱਕ ਸਟੋਲ ਹੋਏਗੀ ਉਹਦੇ ਅੰਦਰ। ਤੇ ਉਸ ਤਰੀਕੇ ਦੀਆਂ ਅਸੀਂ ਇੱਕ ਸਟੋਲਸ ਜਿਹੜੀ ਕਿ ਪਹਿਲੀ ਕੈਟੇਗਰੀ ਹੈ। ਦੂਸਰੀ ਕਲਚਰਲ ਡਾਂਸ ਪਰਫੋਰਮੈਂਸਿਸ, ਤੇ ਜਿੰਨੇ ਵੀ ਨੇਸ਼ਨ ਨੇ ਉਹਨਾਂ ਵੱਲੋਂ 1 ਜਾਂ 2 ਕਲਚਰਲ ਡਾਂਸ ਪਰਫੋਰਮੈਂਸਿਸ ਵੀ ਹੋਣਗੀਆਂ, ਕਿਉਂਕਿ ਬ੍ਰਿਸਬੇਨ ਇਹ ਜਿਹੜਾ ਪ੍ਰੋਗਰਾਮ ਹੈ ਉਹ ਮੇਨ ਆਡੀਟੋਰੀਅਮ ਹਾਲ ਦੇ ਅੰਦਰ ਹੋਏਗਾ, ਬ੍ਰਿਸਬੇਨ ਸਿਟੀ ਹਾਲ ਦੇ, ਅਤੇ ਉਹ ਕਾਫੀ ਵੱਡੀ ਸਟੇਜ ਹੈਗੀ ਹੈ ਉੱਥੇ। ਤੇ ਅਸੀਂ ਕਿਉਂ ਨਾ ਉਹਨੂੰ ਵੱਧ ਤੋਂ ਵੱਧ ਯੂਜ਼ ਕੀਤਾ ਜਾਏ ਜਾਂ ਲਾਭ ਚੱਕਿਆ ਜਾਏ, ਹੈ ਨਾ। ਅਤੇ ਤੀਸਰੀ ਜਿਹੜੀ ਕੈਟੇਗਰੀ ਹੈ ਉਹ ਮਾਈਗਰੈਂਟਸ ਅਵਾਰਡ ਕੈਟੇਗਰੀ ਹੈ। ਅਤੇ ਜਿਹੜੇ ਵੀ ਮਾਈਗਰੈਂਟਸ ਨੇ ਉਹਨਾਂ ਨੇ ਜੋ ਵੀ ਆਪਣੀ ਕਮਿਊਨਿਟੀ ਵਾਸਤੇ ਚੰਗੇ ਕੰਮ ਕੀਤੇ ਨੇ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਰਿਕੋਗਨੀਸ਼ਨ ਮਿਲੇ। ਅਤੇ ਉਹਦੇ ਅੰਦਰ ਅਸੀਂ 7 ਡਿਫਰੈਂਟ ਮਾਈਗਰੈਂਟਸ ਅਵਾਰਡਸ ਨੇ, ਡਿਫਰੈਂਟ ਕੈਟੇਗਰੀਜ਼ ਦੇ ਨੇ, ਚਾਹੇ ਉਹ ਸਪੋਰਟਸ ਖੇਡਾਂ ਨੂੰ ਲੈ ਕੇ ਕਿਸੇ ਨੇ ਕੰਮ ਕੀਤਾ ਹੈ, ਚਾਹੇ ਉਹ ਕਮਿਊਨਿਟੀ ਲੀਡਰਸ਼ਿਪ ਦਾ ਕੀਤਾ ਹੈ, ਜਾਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਹਾਰਮਨੀ ਨੂੰ ਲੈ ਕੇ ਕਿਸੇ ਨੇ ਕੰਮ ਕੀਤਾ, ਜਾਂ ਵੂਮਨ ਐਮਪਾਵਰਮੈਂਟ ਦਾ ਕੰਮ ਕੀਤਾ, ਹੈ ਨਾ। ਅਤੇ ਉਹ ਉਸ ਤਰੀਕੇ ਦੀਆਂ 7 ਅਵਾਰਡਸ ਕੈਟੇਗਰੀਜ਼ ਬਣਾਈਆਂ ਗਈਆਂ ਨੇ, ਜੋ ਕਿ ਨੋਮੀਨੇਸ਼ਨਸ ਹੁਣ ਓਪਨ ਨੇ।
ਤੇ 20 ਮਈ ਤੋਂ ਸ਼ੁਰੂ ਹੋਏ ਸੀਗੇ ਤੇ 22 ਜੁਲਾਈ ਲਾਸਟ ਡੇਟ ਹੈ ਕਲੋਜ਼ਿੰਗ ਨੋਮੀਨੇਸ਼ਨਸ ਦੀ। ਅੱਛਾ ਜੀ। ਅਤੇ ਉਹ ਜਿਹੜੀਆਂ ਨੋਮੀਨੇਸ਼ਨਸ ਆ ਉਹਦੇ ਲਈ ਕਿੱਥੇ ਜਾਣਾ ਪਊਗਾ, ਕੀ ਉਹਦਾ ਹੈਗਾ ਵੈਬਸਾਈਟ? ਉਹਦਾ ਵੈਬਸਾਈਟ ਅਸੀਂ ਇੱਕ ਔਨਲਾਈਨ ਹੀ ਤੁਸੀਂ ਇੱਕ ਨੋਮੀਨੇਸ਼ਨ ਫਾਰਮ ਬਣਾਇਆ ਗਿਆ ਹੈ, ਅੱਛਾ, ਜਿਹਦੇ ਅੰਦਰ ਜਿੰਨੇ ਵੀ ਕਿਸੇ ਨੂੰ ਨੋਮੀਨੇਟ ਕਰਨਾ ਹੈ ਜਾਂ ਫਿਰ ਸੈਲਫ ਨੋਮੀਨੇਟ ਹੋਣਾ ਤੇ ਉਹ ਸੈਲਫ ਨੋਮੀਨੇਸ਼ਨਸ ਵੀ ਅਲਾਉਡ ਨੇ। ਅਤੇ ਉਹਦਾ ਮੈਂ ਤੁਹਾਡੇ ਨਾਲ ਲਿੰਕ ਸ਼ੇਅਰ ਕਰ ਦਾਂਗਾ। ਅਤੇ ਵੈਸੇ ਆਪਣੇ ਫੇਸਬੁੱਕ ਪੇਜ 'ਤੇ ਜਾਂ ਜਿਹੜਾ ਅਸੀਂ ਹੁਣ ਫਲਾਇਰ ਤਿਆਰ ਕੀਤਾ ਉਹਦੇ ਅੰਦਰ QR ਕੋਡ ਹੈਗਾ, ਉਹ QR ਕੋਡ ਦੇ ਅੰਦਰ ਸਾਰੀ ਇਨਫੋਰਮੇਸ਼ਨ ਡਿਟੇਲਸ ਦਿੱਤੀਆਂ ਹੋਈਆਂ ਨੇ। ਅਤੇ ਉਹ ਔਨਲਾਈਨ ਹੀ ਫੋਰਮ ਹੈਗਾ ਜਿਹਦੇ ਅੰਦਰ ਤਕਰੀਬਨ 13 ਸਵਾਲ ਨੇ ਨੋਮੀਨੇਸ਼ਨ ਵਾਸਤੇ। ਅਤੇ ਅੱਧੇ ਕੁ ਸਵਾਲ ਤਾਂ ਪਰਸਨਲ ਇਨਫੋਰਮੇਸ਼ਨ ਹੀ ਹੈਗੀ ਹੈ, ਫੋਰ ਐਗਜ਼ਾਮਪਲ ਕਿ ਤੁਹਾਡਾ ਨਾਮ ਅਤੇ ਈਮੇਲ ਅਤੇ ਫ਼ੋਨ ਨੰਬਰ ਐਂਡ ਆਲ ਦੈਟ। ਅਤੇ ਅੱਧੇ ਜਿਹੜੇ ਨੇ ਕਿ ਵੀ ਕਿਉਂ ਤੁਸੀਂ ਨੋਮੀਨੇਟ, ਕਿਹੜੀ ਕੈਟੇਗਰੀ ਅਤੇ ਕਿਸ ਵਾਸਤੇ ਤੁਹਾਨੂੰ ਨੋਮੀਨੇਸ਼ਨ ਕਰ ਰਹੇ ਹੋ ਜੀ। ਅਤੇ ਕਿਹੜੇ ਗੈਸਟ ਇਸ ਮੌਕੇ ਤੇ ਆ ਰਹੇ? ਇਸ ਅੰਦਰ ਜੀ ਆਪਣੇ ਲੋਰਡ ਮੇਅਰ ਐਡਰੀਅਨ ਸ਼ਿਨਰ ਪਹੁੰਚਣਗੇ, ਡੇਵਿਡ ਕ੍ਰਿਸਟੋਫਰ ਜਿਹੜੇ ਓਪੋਜੀਸ਼ਨ ਪਾਰਟੀ ਦੇ ਨੇ, ਕੁਛ ਹੋਰ ਫੈਡਰਲ MPs ਐਂਡ ਮਿਨਿਸਟਰਸ ਜਿਵੇਂ ਕਿ ਓਨਰੇਬਲ ਸ਼ੇਨ ਨਿਊਮਨ ਜੀ ਆਉਣਗੇ, ਆਪਣੇ ਸ਼ੈਡੋ ਮਿਨਿਸਟਰ ਹੈਗੇ ਨੇ ਮਲਟੀਕਲਚਰਲ ਦੇ ਲੌਂਗਬਰੁੱਕ ਜੌਨ ਪੋਲ MP, ਉਹ ਵੀ ਪਹੁੰਚਣਗੇ। ਆਪਣੇ ਜਿਹੜੇ ਕੌਂਸਲ ਜਨਰਲ ਆਫ ਇੰਡੀਆ ਨੀਤੂ ਭਗੋਟੀਆ ਜੀ ਵੀ ਉੱਥੇ ਹੋਣਗੇ। CEO ਜਿਹੜੇ ਨੇ ਮਲਟੀਕਲਚਰਲ ਆਸਟ੍ਰੇਲੀਆ ਦੇ ਮਿਸ ਕ੍ਰਿਸਟੀਨ ਕਾਸਟਲੀ, ਉਹ ਵੀ ਪਹੁੰਚਣਗੇ। ਅਤੇ ਜਿਹੜੇ ਬ੍ਰਿਸਬੇਨ ਸਿਟੀ ਦੇ ਜਿਹੜੇ ਕਾਉਂਸਲਰ ਨੇ ਵਿਕੀ ਹਾਵਰਡ, ਉਹ ਵੀ ਹੋਣ। ਅਤੇ ਆਪਣੇ ਸੈਨੇਟਰ ਪੋਲ ਸਕਾਰ ਵੀ ਉੱਥੇ ਪਹੁੰਚਣਗੇ ਜੀ। ਜਿੱਦਾਂ ਪਹਿਲਾਂ ਇਹ ਹੁੰਦੀ ਆ ਕਰਿਓਸਿਟੀ ਹਰ ਇੱਕ ਬੰਦੇ ਲਈ ਵੀ ਬਹੁਤ ਸਾਰੀ ਇਨਫੋਰਮੇਸ਼ਨ ਆ, ਇਕੱਲਾ ਸਿਰਫ ਦੋਸਤੋ ਇਹੀ ਨਹੀਂ ਹੈਗਾ ਕਿ ਸੱਭਿਆਚਾਰਕ ਰੰਗ ਵੀ ਤੁਸੀਂ ਮੰਨਣੇ ਆ, ਉੱਥੇ ਡਾਂਸ ਵਗੈਰਾ ਹੋਣੇ ਆ, ਅਤੇ ਦੂਜੇ ਦੇਸ਼ਾਂ ਦੇ ਬਾਰੇ ਵੀ ਤੁਸੀਂ ਜਾਣਨਾ। ਜਿਹੜੇ ਸਟਾਲ ਲੱਗਣੇ ਆ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੀ ਪਿੱਠ ਭੂਮੀ ਬਾਰੇ ਦੱਸਣਾ ਆ, ਉਹਨਾਂ ਦੇ ਕਿਹੋ ਜਿਹੇ ਰਹਿਣ ਸਹਿਣ ਹੈਗੇ ਜਾਂ ਉਹਨਾਂ ਦੇ ਸੱਭਿਆਚਾਰ ਬਾਰੇ ਵੀ। ਇਹ ਵੀ ਇੱਕ ਇਨਫੋਰਮੇਸ਼ਨ ਦਾ ਬੜਾ ਸਾਧਨ ਹੁੰਦਾ, ਖਾਸ ਤੌਰ 'ਤੇ ਬੱਚਿਆਂ ਦੇ ਲਈ, ਕਿਉਂਕਿ ਬੱਚੇ ਉਹ ਜਾਣਨਗੇ ਦੂਜੇ ਨੇਸ਼ਨਸ ਦੇ ਲਈ, ਉਹ ਵੀ ਇੱਕ ਜਾਣਨਾ ਬਹੁਤ ਜ਼ਰੂਰੀ ਹੈ। ਇਹ ਵੀ ਹਾਰਮੋਨੀ ਦਾ ਇੱਕ ਪਹਿਲਾ ਪਾਰਟ ਹੈਗਾ। ਪਰ ਜਦੋਂ ਆਪਾਂ ਇੱਦਾਂ ਜਾਣਾ ਆ ਉਹਦੇ ਲਈ ਤੁਸੀਂ ਕੋਈ ਟਿਕਟ ਪ੍ਰਾਈਸ ਰੱਖੀ ਹੈ? ਨਹੀਂ ਜੀ, ਇਹ ਬਿਲਕੁਲ ਫ੍ਰੀ ਪਬਲਿਕ ਇਵੈਂਟ ਹੈਗੀ ਹੈ ਅਤੇ ਫੈਮਲੀਜ਼ ਆਰ ਮੋਰ ਦੈਨ ਵੈਲਕਮ। ਇੱਕ ਅਸੀਂ ਉਸੇ ਕਰਕੇ ਬੱਚਿਆਂ ਨੂੰ ਵੀ ਥੋੜ੍ਹਾ ਜਿਹਾ ਤਾਂ ਕਿ ਪਤਾ ਲੱਗੇ ਕਲਚਰ ਬਾਰੇ, ਅਤੇ ਇੱਕ ਕਿਡਸ ਕੋਰਨਰ ਵੀ ਰੱਖਿਆ ਜਿਹਦੇ ਬੱਚੇ ਆਪਣਾ ਜਾ ਕੇ ਫੇਸ ਪੇਂਟਿੰਗ ਵਗੈਰਾ ਕਰਾ ਸਕਦੇ ਨੇ। ਅਤੇ ਉੱਥੇ ਇਹ ਵੀ ਵਧੀਆ ਗੱਲ ਕੀਤੀ, ਕਿਉਂਕਿ ਫੈਮਲੀਜ਼ ਨਾਲ ਬੱਚੇ ਜਾਂਦੇ ਆ, ਬੱਚੇ ਕਈ ਵਾਰੀ ਕਿਉਂਕਿ ਇਹ ਅਡਲਟ ਹੁੰਦੇ ਆ, ਉਹਨਾਂ ਵਿੱਚ ਉਹਨਾਂ ਦਾ ਕੋਈ ਸਬਜੈਕਟ ਦਾ ਕੋਈ ਹੁੰਦਾ ਨਹੀਂ ਇੰਟਰਸਟ, ਇਸ ਕਰਕੇ ਬੱਚਿਆਂ ਦਾ ਜਿਹੜਾ ਖਾਸ ਖਿਆਲ ਭਾਰਤੀ ਸਮਾਜ ਵੱਲੋਂ ਰੱਖਿਆ ਗਿਆ, ਅਤੇ ਇਹਦੇ ਲਈ ਵੀ ਧੰਨਵਾਦ ਆ। ਅਤੇ ਦੋਸਤੋ ਤੁਸੀਂ ਕੋਈ ਵੀ ਇੱਥੇ ਦੇ ਜਿਹੜੇ ਡਿਪਾਰਟਮੈਂਟ, ਜਿੱਦਾਂ ਇਹਨਾਂ ਨੇ ਗੱਲ ਕੀਤੀ ਆ ਟੇਫ ਦੀ ਜਾਂ ਐਜੂਕੇਸ਼ਨ ਨਾਲ ਰਿਲੇਟਡ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ, ਜਾਂ ਹੋਰ ਵੱਖ-ਵੱਖ ਤਰ੍ਹਾਂ ਦੇ ਡਿਪਾਰਟਮੈਂਟ ਹੋਣਗੇ, ਅਤੇ ਸਮੱਸਿਆਵਾਂ ਇੱਥੇ ਬਹੁਤ ਹੁੰਦੀਆਂ ਆਪਾਂ ਨੂੰ, ਜਾਂ ਉਹਦੇ ਬਾਰੇ ਆਪਾਂ ਨੂੰ ਨੌਲੇਜ ਨਹੀਂ ਹੁੰਦੀ, ਇਸੇ ਬਹਾਨੇ ਅਸੀਂ ਇਨਫੋਰਮੇਸ਼ਨ ਜਿਹੜੀ ਉਹਨਾਂ ਦੇ ਸਟਾਲਾਂ ਤੋਂ ਵੀ ਲੈ ਸਕਦੇ ਹਾਂ। ਅਤੇ ਬਸ ਕੋਈ ਸਿਰਫ ਜਾਓ ਅਤੇ ਜਾ ਕੇ ਤੁਸੀਂ ਇਨਵੋਲਵ ਹੋ ਜਾਓ, ਇਹੀ ਕਰਨਾ। ਉੱਥੇ ਬਿਲਕੁਲ ਜਾਓਗੇ, ਸਟੋਲਸ ਲੱਗੀਆਂ ਹੋਣਗੀਆਂ ਜਿੱਥੇ ਕਿ ਇਨਫੋਰਮੇਸ਼ਨ ਬੂਥਸ ਨੇ, ਤੁਸੀਂ ਅੱਡ ਨੇਸ਼ਨਸ ਦੀ ਕੰਟਰੀਆਂ ਦੇ ਉਹਨਾਂ ਬਾਰੇ ਵੀ ਜਾਣੋ, ਕਿਉਂਕਿ ਇਨਫੋਰਮੇਸ਼ਨ ਤਾਂ ਦੇਖੋ ਔਨਲਾਈਨ ਬਹੁਤ ਜ਼ਿਆਦਾ ਅਵੇਲੇਬਲ ਹੈ। ਅੱਜ ਜੇ ਤੁਸੀਂ ਹੁਣ ਟਰਕੀ ਨੂੰ ਕਰੋਗੇ ਸਰਚ, ਪਰ ਜਦੋਂ ਤੁਸੀਂ ਇਨ ਪਰਸਨ ਆਪ ਦੇਖੋਗੇ, ਆਪ ਜਾ ਕੇ ਮਿਲਦੇ ਹੋ, ਸਮਝਦੇ ਹੋ ਵੀ ਉਹ ਕੀ ਡਿਸਪਲੇ ਕਰ ਰਹੇ ਨੇ, ਅਤੇ ਉਹ ਤੁਸੀਂ ਬਹੁਤ ਕਨੈਕਟਿਡ ਹੋ ਜਾਂਦੇ ਹੋ ਅਗਲੇ ਕਲਚਰ ਨਾਲ ਵੀ, ਅਤੇ ਸਮਝਦੇ ਹੋ, ਤਾਂ ਇੱਕ ਅਲੱਗ ਤੋਂ ਇੱਕ ਰਿਲੇਸ਼ਨ ਬਣਦਾ ਉਹ। ਅਤੇ ਉਹੀ ਸਾਡਾ ਮੁੱਖ ਹੈਗਾ ਕਿ ਵੀ ਬਿਲਡਿੰਗ ਇਨਕਲੂਸਿਵ ਕਮਿਊਨਿਟੀਜ਼ ਨਾ, ਜਿੰਨਾ ਆਪਾਂ ਇਕੱਠੇ ਰਲ ਮਿਲ ਕੇ ਅਤੇ ਉਸ ਪਲੈਟਫਾਰਮ ਦੇ ਉੱਪਰ ਕੰਮ ਕਰਾਂਗੇ, ਅਤੇ ਇੱਕ ਹਾਰਮਨੀ ਅਤੇ ਪੀਸ ਤੁਹਾਨੂੰ ਜਿਵੇਂ ਤੁਸੀਂ ਕਹਿ ਹੀ ਰਹੇ ਹੋ ਕਿ ਉਹ ਫੋਰਮ ਹੁੰਦੀ ਹੈ। ਅਤੇ ਉਹੀ ਸਾਡਾ ਮੁੱਖ ਓਬਜੈਕਟਿਵ ਹੈਗਾ ਜੀ। ਅਤੇ ਦੋਸਤੋ ਭਾਰਤੀ ਸਮਾਜ ਵੱਲੋਂ ਇਹ ਬੀੜਾ ਚੱਕਿਆ ਗਿਆ ਹਾਰਮਨੀ ਦਾ, ਅਤੇ ਦੂਜੇ ਜਿਹੜੇ ਸੱਭਿਆਚਾਰ ਆ ਉਹਨਾਂ ਦੇ ਨਾਲ ਇਨਫੋਰਮੇਸ਼ਨ ਲੈਣ ਦਾ, ਅਤੇ ਇਸ ਆਸਟ੍ਰੇਲੀਅਨ ਸਮਾਜ ਦੇ ਵਿੱਚ ਅਸੀਂ ਵਿਚਰਨਾ ਕਿੱਦਾਂ, ਇਹਦੇ ਬਾਰੇ ਵੀ ਜਾਣਕਾਰੀ, ਜਾਂ ਇੱਕ ਕਹਿ ਲਓ ਕਿ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ, ਕਿਉਂਕਿ ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਹਾਂ, ਅਤੇ ਨਾਲ ਸਾਡੀ ਜਿਹੜੀ ਪਛਾਣ ਆ ਉਹ ਆਪਣੇ ਦੇਸ਼ ਭਾਰਤ ਦੀ ਵੀ ਰਹਿੰਦੀ ਆ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਆਵਾਂਗੇ ਅਤੇ ਲੋਕਾਂ ਨੂੰ ਮਿਲਾਂਗੇ, ਅਤੇ ਵੱਖ-ਵੱਖ ਸੱਭਿਆਚਾਰਾਂ ਦੇ ਬਾਰੇ ਜਾਣਾਂਗੇ, ਅਤੇ ਇੰਡਸਟਰੀ ਵੱਲੋਂ ਵੀ ਸੱਦਾ ਦਿੱਤਾ ਜਾਂਦਾ ਖਾਸ ਤੌਰ ਦੇ ਉੱਤੇ ਪੰਜਾਬੀ ਸਮਾਜ ਨੂੰ।
ਕਿ ਉਹ ਵੀ ਇਸ ਮੇਲੇ ਦੇ ਵਿੱਚ ਜ਼ਰੂਰ ਭਾਈਵਾਲੀ ਹੋਣ, ਇੱਥੇ ਆ ਕੇ ਆਉਣ, ਬੱਚਿਆਂ ਸਮੇਤ ਉੱਥੇ ਪਹੁੰਚਣ ਅਤੇ ਇਸ ਮੇਲੇ ਤੋਂ ਸਿੱਖ ਕੇ ਜਾਣ। ਅਤੇ ਇੰਟਰਟੇਨਮੈਂਟ ਦਾ ਵੀ ਇੱਕ ਸਾਧਨ ਆ, ਇੱਕ ਤਰ੍ਹਾਂ ਨਾਲ ਆਊਟਿੰਗ ਵੀ ਹੋ ਜਾਣੀ ਆ ਅਤੇ ਆਊਟਿੰਗ ਵੀ ਅਤੇ ਉੱਥੇ ਜਿਹੜੇ ਕੁਛ ਇੱਦਾਂ ਦੇ ਵੀ ਤੁਹਾਨੂੰ ਦੋਸਤ ਮਿੱਤਰ ਮਿਲ ਜਾਣੇ ਆ ਜਿਹੜੇ ਕਿ ਪੁਰਾਣੇ, ਜਿਹੜੇ ਕਦੀ ਹੁਣ ਮਿਲੇ ਨਹੀਂ ਹੋਣੇ ਇਸ ਬਹਾਨੇ ਦੇ ਨਾਲ। ਅਤੇ ਤੁਸੀਂ ਉੱਥੇ ਜ਼ਰੂਰ ਪਹੁੰਚੋ ਸਿਟੀ ਹਾਲ ਦੇ ਵਿੱਚ 4 ਅਗਸਤ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ, ਸਿਰਫ 4 ਘੰਟੇ ਦਾ ਪ੍ਰੋਗਰਾਮ ਹੈ। ਅਤੇ ਤੁਸੀਂ ਟਾਈਮ 'ਤੇ ਪਹੁੰਚਿਓ ਕਿਉਂਕਿ ਬੜੇ ਸਟ੍ਰਿਕਟਲੀ ਜਿਹੜਾ ਟਾਈਮ ਨੂੰ ਫੋਲੋ ਕੀਤਾ ਜਾਣਾ ਆ। ਅਤੇ ਤੁਸੀਂ ਪਹੁੰਚੋ ਅਤੇ ਉੱਥੇ ਰੌਣਕ ਨੂੰ ਵਧਾਓ। ਅਤੇ ਅਭਿਸ਼ੇਕ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਆਪਾਂ ਮਿਲਾਂਗੇ 4 ਅਗਸਤ ਨੂੰ ਬ੍ਰਿਸਬੇਨ ਸਿਟੀ ਹਾਲ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਬਹੁਤ ਬਹੁਤ ਧੰਨਵਾਦ ਜੀ ਇੰਡਸ TV ਦਾ ਸਾਨੂੰ ਅੱਜ ਬੁਲਾਉਣ ਵਾਸਤੇ ਅਤੇ ਇਸ ਇਵੈਂਟ ਦੇ ਬਾਰੇ 'ਚ ਦੱਸਣ ਵਾਸਤੇ ਸਾਰੇ। ਜੀ ਬਹੁਤ ਬਹੁਤ ਧੰਨਵਾਦ। ਧੰਨਵਾਦ।